ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਬਕਾ ਡੀਨ ਪ੍ਰੋਫੈਸਰ ਜਮਸ਼ੀਦ ਅਲੀ ਖਾਨ। ਪ੍ਰੋਫੈਸਰ ਸਾਹਿਬ ਜੀ ਆਇਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਸਤਿ ਯੂ। ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ। ਇੱਕ ਅਹਿਮ ਵਿਸ਼ਾ ਹੈ ਕੇਂਦਰ ਔਰ ਸਟੇਟ ਦੇ ਸੰਬੰਧ। 8 ਤਰੀਕ ਵਾਲੇ ਦਿਨ ਪੰਜਾਬ ਦੀ ਅਸੈਂਬਲੀ ਸੱਦੀ ਗਈ ਆ ਔਰ ਸੱਤਾਧਾਰੀਆਂ ਨੇ, ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਰਾਜ ਕਰ ਰਹੀ ਹੈ, ਉਹਨੇ ਅਨਾਉਂਸਮੈਂਟ ਜਿਹੜੀ ਅਣਅਧਿਕਾਰਤ ਹੀ ਹੈ ਇੱਕ ਤਰ੍ਹਾਂ ਨਾਲ, ਕਿ ਉਹ ਖੇਤੀ ਵਾਲੇ ਕਾਨੂੰਨਾਂ ਨੂੰ ਰੱਦ ਕਰ ਦੇਣਗੇ ਜਿਹੜੇ ਕੇਂਦਰ ਨੇ ਬਣਾਏ। ਤੇ ਦੂਜਾ ਜਿਹੜਾ 50 ਕਿਲੋਮੀਟਰ ਦਾਇਰੇ 'ਚ BSF ਨੂੰ ਅੱਗੇ ਵਧਾਇਆ ਗਿਆ ਕੇਂਦਰ ਨੇ, ਉਹਦੇ ਖਿਲਾਫ ਵੀ ਕਾਨੂੰਨ ਲਿਆਉਣਗੇ ਜਾਂ ਮਤਾ ਲਿਆਉਣਗੇ। ਮੇਰੇ ਖਿਆਲ ਕਾਨੂੰਨ ਵਰਗੀ ਕੋਈ ਗੱਲ ਹੁੰਦੀ ਨਹੀਂ। ਤੇ ਹੋਰ ਵੀ ਜਿੱਦਾਂ PPA ਦੇ ਉੱਤੇ ਵੀ ਕੁਝ ਸਰਗੋਸ਼ੀਆਂ ਨੇ। ਇਹਨਾਂ ਮੁੱਦਿਆਂ ਤੇ ਗੱਲ ਹੋ ਰਹੀ ਹੈ। ਕੀ ਇੱਕ ਵਾਰੀ ਫਿਰ ਕੇਂਦਰ ਔਰ ਸੂਬਾ ਟਕਰਾਅ ਵੱਲ ਵਧ ਰਿਹਾ? ਕੀ ਸਟੇਟ ਦੇ ਕਿਸੇ ਐਸੇ ਬਿੱਲ ਨਾਲ, ਕਿਸੇ ਐਸੇ ਐਕਟ ਨਾਲ, ਕੇਂਦਰ ਵੱਲੋਂ ਪਾਸ ਕੀਤੇ ਐਕਟ ਨੂੰ ਕੋਈ ਖਤਰਾ ਪੈਦਾ ਹੁੰਦਾ, ਜਾਂ ਇਹ ਸਿਰਫ ਸਿਆਸੀ ਰੋਟੀਆਂ ਸੇਕਣ ਦੀ ਕਵਾਇਦ ਆ? ਜੇ ਮੈਂ ਤੁਹਾਨੂੰ ਪੁਰਾਣਾ ਯਾਦ ਕਰਾਵਾਂ ਤੇ ਕੈਪਟਨ ਅਮਰਿੰਦਰ ਸਿੰਘ ਵੀ ਇਸੇ ਤਰ੍ਹਾਂ ਦੇ ਇੱਕ ਬਿੱਲ ਲੈ ਕੇ ਆਏ ਸੀ ਜਿਹੜਾ ਖੇਤੀ ਵਾਲਾ ਸੀਗਾ। ਉਹਦਾ ਹੁਣ ਤੱਕ ਕੀ ਬਣਿਆ ਕਿਸੇ ਨੇ ਕੁਝ ਨਹੀਂ ਦੱਸਿਆ। ਉਹ ਰਾਜਪਾਲ ਕੋਲ ਪਿਆ ਹੈ ਜਾਂ ਉੱਤੇ ਕਿਤੇ ਪਿਆ। ਤੇ ਜੇਕਰ ਅਸੀਂ ਪੁਰਾਣੇ ਸਮਿਆਂ 'ਚ 2004 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਣੀਆਂ ਵਾਲਾ ਜਿਹੜਾ ਟਰਮੀਨੇਸ਼ਨ ਐਕਟ ਲਿਆਂਦਾ ਸੀਗਾ, ਉਹਦੀ ਸੰਵਿਧਾਨਿਕਤਾ, ਉਹਦੇ ਉੱਤੇ ਵੀ ਸੁਪਰੀਮ ਕੋਰਟ ਦੀ ਟਿੱਪਣੀ ਦੀ ਗੱਲ ਕਰੀਏ ਤਾਂ ਭਾਵੇਂ ਉਹ ਇੱਕ ਸਟੇਟ ਦਾ ਸਬਜੈਕਟ ਸੀਗਾ ਜਿਹੜਾ ਪਾਣੀ, ਲੇਕਿਨ ਪਾਣੀ ਵਾਲੇ ਬਿੱਲ ਨੂੰ ਉਸੇ ਦਿਨ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਵਰਨਰ ਦੀ ਮੋਹਰ ਲਵਾ ਲਈ ਗਈ ਸੀ। ਪਰ ਜਦੋਂ ਕੇਂਦਰ ਨੇ ਵਾਇਆ ਰਾਸ਼ਟਰਪਤੀ ਉਹ ਸਲਾਹ ਲਈ, ਉਹ ਜਿਹੜਾ ਸੁਪਰੀਮ ਕੋਰਟ ਦੀ ਰਾਏ ਲਈ ਭੇਜਿਆ ਤੇ ਸੁਪਰੀਮ ਕੋਰਟ ਨੇ ਉਹਨੂੰ ਰੱਦ ਕਰਤਾ ਸੀ। ਵੱਖਰੀ ਗੱਲ ਆ ਕਿ ਉਹ ਅਜੇ ਉਹਨੂੰ ਮਨਸੂਖ ਕਰਨ ਲਈ ਕਾਰਵਾਈ ਅੱਗੇ ਨਹੀਂ ਵਧੀ ਹੈ ਜੇ ਉਹ ਸਟੈਂਡ ਕਰਦਾ ਹੈ। ਪਰ ਕੀ ਜਿਹੜੇ ਸਟੇਟ ਦੇ ਵਿੱਚ ਬਿੱਲ ਬਣਦੇ ਆ ਉਹ ਕੇਂਦਰ ਦਾ ਰਾਹ ਰੋਕ ਸਕਦੇ? ਕੀ ਜਿਹੜੀ ਕਨਕਰੰਟ ਲਿਸਟ ਵਿੱਚ ਆਉਂਦੇ ਮਾਮਲੇ ਆ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਸਟੇਟ ਕਰਦੇ ਤੇ ਉਹ ਕੇਂਦਰ ਤੇ ਅਸਰ ਪੈਂਦਾ? ਸਭ ਤੋਂ ਵੱਡਾ ਸਵਾਲ ਆ ਕਿ ਜਿਹੜਾ ਬਿੱਲ ਕੇਂਦਰ ਨੇ ਬਣਾਇਆ ਹੀ ਟ੍ਰੇਡ ਤੇ ਕਮਰਸ ਵਿੱਚ ਆ, ਉਹਨੂੰ ਜੇ ਖੇਤੀ ਦੇ ਵਿੱਚ ਲਿਆ ਕੇ ਅਸੀਂ ਰੱਦ ਵੀ ਕਰਦੇ ਆ ਤੇ ਉਹਦੀ ਕੀ ਵੁਕਤ ਹੋਊਗੀ? ਇਹ ਅੱਖਾਂ ਭਜਾਉਣ ਵਾਲੀ ਗੱਲ ਆ। ਆਉਂਦੀ ਇਲੈਕਸ਼ਨ ਦੇ ਨਜ਼ਰੀਓਂ ਕੀਤਾ ਜਾ ਰਿਹਾ ਫੈਸਲਾ, ਜਾਂ ਪੰਜਾਬ ਅਸੈਂਬਲੀ 'ਚ ਪਾਸ ਐਕਟ ਜਾਂ ਲਿਆਂਦਾ ਮਤਾ ਕੇਂਦਰ ਨੂੰ ਹਿਲਾ ਵੀ ਸਕੂਗਾ, ਜਾਂ ਸਿਰਫ ਇਹ ਕੇਂਦਰ ਔਰ ਸਟੇਟ ਦੇ ਸੰਬੰਧਾਂ ਨੂੰ ਵਿਗਾੜੂਗਾ? ਮੈਨੂੰ ਦੱਸਿਓ 8 ਨਵੰਬਰ ਵਾਲੇ ਦਿਨ ਜਿਹੜਾ ਸੈਸ਼ਨ ਹੋਊਗਾ ਉਹਨੂੰ ਕਿਸ ਜਾਵੀਏ 'ਚ ਰੱਖ ਕੇ ਤੋਲੀਏ ਜਾਂ ਉਹਨੂੰ ਕਿਸ ਨਜ਼ਰੀਏ ਨਾਲ ਆਂਕੀਏ? ਦਰਅਸਲ ਜਦ ਅਸੀਂ ਸੈਂਟਰ ਸਟੇਟ ਰਿਲੇਸ਼ਨ ਦੀ ਗੱਲ ਕਰਦੇ ਹਾਂ ਰੰਧਾਵਾ ਸਾਹਿਬ, ਉਹਦੇ ਵਿੱਚ ਸੰਵਿਧਾਨ ਦੇ ਵਿੱਚ ਕਲੀਅਰ ਕੱਟ 3 ਲਿਸਟਾਂ ਹੈਗੀਆਂ ਜਿਹੜੀਆਂ ਡਿਵਾਈਡ ਕਰਦੀਆਂ ਹੈਗੀਆਂ ਪਾਵਰਸ ਬਿਟਵੀਨ ਸੈਂਟਰ ਐਂਡ ਦੀ ਸਟੇਟਸ। ਇੱਕ ਹੈ ਸੈਂਟਰਲ ਲਿਸਟ ਜਾਂ ਯੂਨੀਅਨ ਲਿਸਟ, ਜਿਹਦੇ ਤੇ ਸਿਰਫ ਕੇਂਦਰੀ ਸਰਕਾਰ ਕਾਨੂੰਨ ਬਣਾ ਸਕਦੀ ਹੈ ਜੀ। ਦੂਸਰੀ ਹੈ ਜੀ ਕਨਕਰੰਟ ਲਿਸਟ, ਜਾਂ ਜਿਹਨੂੰ ਅਸੀਂ ਪੰਜਾਬੀ 'ਚ ਸਮਵਰਤੀ ਸੂਚੀ ਕਹਿੰਦੇ ਆ। ਉਹਦੇ ਤੇ ਕੇਂਦਰ ਵੀ ਕਾਨੂੰਨ ਬਣਾ ਸਕਦੇ ਤੇ ਰਾਜ ਵੀ ਕਾਨੂੰਨ ਬਣਾ ਸਕਦੇ। ਇੱਕ ਤੀਸਰੀ ਹੈ ਸਟੇਟ ਲਿਸਟ, ਜਿਹਦੇ ਤੇ ਸਿਰਫ ਸਟੇਟ ਨੇ ਕਾਨੂੰਨ ਬਣਾਉਣੇ ਹੁੰਦੇ ਹੈਗੇ। ਹੁਣ ਜਿਹੜਾ ਇਹ ਮਸਲਾ ਆਇਆ ਐਗਰੀਕਲਚਰਲ ਲਾਜ਼ ਦਾ ਜਾਂ ਫਾਰਮਰ ਲਾਜ਼ ਦਾ, ਜਿਹਨੂੰ ਲੈ ਕੇ ਬਹੁਤ ਐਕਟੀਵਿਟੀ ਚੱਲ ਰਹੀ ਹੈ, ਜਿਹੜਾ 8 ਤਰੀਕ ਨੂੰ ਸੈਸ਼ਨ ਬੁਲਾਇਆ ਪੰਜਾਬ ਸਰਕਾਰ ਨੇ, ਉਹਦੇ ਵਿੱਚ 2 ਤਰ੍ਹਾਂ ਦੇ ਮੁੱਦੇ ਆ ਰਹੇ ਹਨ ਜੀ। ਦਰਅਸਲ ਇਹਦੇ ਵਿੱਚ ਇੱਕ ਹੋਰ ਵੀ ਪ੍ਰੋਬਲਮ ਹੈ ਐਗਰੀਕਲਚਰਲ ਲਾਅ ਦੇ ਵਿੱਚ, ਕਿਉਂਕਿ ਇਕੱਲਾ ਪੰਜਾਬ ਤਾਂ ਇਨਵੋਲਵਡ ਨਹੀਂ। ਇਹਦੇ ਵਿੱਚ ਮੁੱਖ ਤੌਰ ਤੇ 3 ਸਟੇਟਾਂ ਜਿਹੜੀਆਂ ਹੈਗੀਆਂ ਇਨਵੋਲਵਡ ਹੈਗੀਆਂ, ਬਾਕੀ ਵੀ ਆ ਸਕਦੀਆਂ ਹੈਗੀਆਂ। ਉਹਦੇ 'ਚ ਹਿਮਾਚਲ ਪ੍ਰਦੇਸ਼ ਹੈ, UP ਹੈ, ਜਿੱਥੇ ਫਾਰਮਰਸ ਮੂਵਮੈਂਟ ਦਾ ਜ਼ਿਆਦਾ ਪ੍ਰਭਾਵ ਹੈ। ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। UP, ਹਰਿਆਣਾ ਤੇ ਪੰਜਾਬ, ਤਿੰਨਾਂ ਦੇ ਵਿੱਚੋਂ 2 ਸਟੇਟਾਂ ਦੇ ਵਿੱਚ ਤਾਂ BJP ਦੀ ਸਰਕਾਰ ਹੈ। ਉੱਥੇ ਦੀਆਂ ਸਰਕਾਰਾਂ ਇਸ ਮਸਲੇ ਤੇ ਕੋਈ ਜਿਹੜੀ ਹੈ ਕਾਰਵਾਈ ਨਹੀਂ ਕਰਨ ਜਾ ਰਹੀਆਂ ਜੀ। ਸਿਰਫ ਪੰਜਾਬ ਦੀ ਸਰਕਾਰ ਹੈ, ਕਿਉਂਕਿ ਇੱਥੇ ਅਲੱਗ ਪਾਰਟੀ ਦੀ ਸਰਕਾਰ ਹੈ, ਇਹਨਾਂ ਨੇ ਟੇਕ ਅਪ ਕੀਤਾ ਇਹ ਇਸ਼ੂ। 2 ਮੁੱਦੇ ਜਿਹੜੇ ਹੈਗੇ ਆ ਰਹੇ ਹਨ 8 ਤਰੀਕ ਵਾਲੇ ਸੈਸ਼ਨ ਦੇ ਵਿੱਚ। ਇੱਕ ਹੈ BSF ਨੂੰ ਲੈ ਕੇ, ਜਿਹੜਾ ਉਹਦਾ ਜੁਰਿਸਡਿਕਸ਼ਨ ਵਧਾਇਆ, ਤੇ ਦੂਸਰਾ ਹੈਗਾ ਐਗਰੀਕਲਚਰਲ ਲਾਜ਼ ਨੂੰ ਲੈ ਕੇ। ਪਹਿਲਾਂ ਜਿਵੇਂ ਤੁਸੀਂ ਬਿਲਕੁਲ ਠੀਕ ਫਰਮਾਇਆ ਹੈ ਕਿ ਐਗਰੀਕਲਚਰਲ ਜਿਹੜੇ ਲਾਜ਼ ਬਣੇ ਹੈਗੇ, ਉਹ ਕੇਂਦਰ ਸਰਕਾਰ ਨੇ ਐਗਰੀਕਲਚਰ ਵਾਲੀ ਲਿਸਟ ਦੇ ਵਿੱਚੋਂ ਨਹੀਂ, ਬਲਕਿ ਟ੍ਰੇਡ ਐਂਡ ਕਮਰਸ ਦੀ ਕੈਟੇਗਰੀ ਚੋਂ ਬਣਾਏ ਹੈਗੇ।
ਜੀ ਉਹ ਕੇਂਦਰ ਦੇ ਦਾਇਰੇ ਦੇ ਵਿੱਚ ਆਉਂਦਾ ਹੈ, ਚਾਹੇ ਸਟੇਟ ਦਾ ਪੁਆਇੰਟ ਆਫ ਵਿਊ ਜਿੰਨਾ ਮਰਜ਼ੀ ਵਾਜਬ ਹੋਵੇ, ਜੀ ਜੋ ਮਰਜ਼ੀ ਰੈਜ਼ੋਲੂਸ਼ਨ ਪਾਸ ਕਰ ਲੈਣ, ਜੀ ਲੇਕਿਨ ਅਲਟੀਮੇਟਲੀ ਇੱਕ ਪੋਲੀਟੀਕਲ ਪ੍ਰੈਸ਼ਰ ਦੇ ਤੌਰ ਤੇ ਹੈ। ਇਹਦਾ ਜਿਹੜਾ ਹੈਗਾ ਪੋਲੀਟੀਕਲ ਪ੍ਰਭਾਵ ਤਾਂ ਇੱਕ ਪ੍ਰੈਸ਼ਰ ਤਾਂ ਬਣ ਸਕਦਾ ਸੈਂਟਰ ਤੇ, ਜੀ ਉਹ ਵੀ ਜੇ ਤਿੰਨੋਂ ਸਰਕਾਰਾਂ ਮਿਲ ਕੇ ਕਰਦੀਆਂ ਤਾਂ ਜ਼ਿਆਦਾ ਪ੍ਰਭਾਵ ਹੁੰਦਾ ਹੈ, ਜਾਂ ਸਾਰੀਆਂ ਜਿਹੜੀਆਂ ਸਟੇਟ ਗਵਰਨਮੈਂਟਸ ਹੈਗੀਆਂ। ਹੁਣ ਪੰਜਾਬ ਦੇ ਵਿੱਚ ਇੱਕ ਗੈਰ ਬੀਜੇਪੀ ਦੀ ਸਰਕਾਰ ਹੈ, ਉਹਨਾਂ ਨੂੰ ਪਤਾ ਹੈ ਕਿ ਇਹ ਆਪਣੇ ਪੋਲੀਟੀਕਲ ਬੈਨੀਫਿਟ ਵਾਸਤੇ ਇਹ ਜਿਹੜਾ 8 ਤਰੀਕ ਨੂੰ ਸੈਸ਼ਨ ਵੀ ਹੋ ਰਿਹਾ ਹੈ, ਜਾਂ ਐਗਰੀਕਲਚਰਲ ਲਾਜ਼ ਨੂੰ ਰੱਦ ਕਰਨ ਦੀ ਗੱਲ ਹੋ ਰਹੀ ਹੈ, ਵਰਚੁਅਲੀ ਇਹਦੇ ਚੋਂ ਕੁਝ ਨਹੀਂ ਨਿਕਲਣਾ ਜੀ। ਪਹਿਲਾਂ ਜਿਹੜਾ ਪਾਣੀਆਂ ਵਾਲੇ ਸਮਝੌਤੇ ਰੱਦ ਕੀਤੇ ਸੀ, ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ। ਇਹ ਇੱਕ ਕਵਾਇਤ ਤਾਂ ਜ਼ਰੂਰ ਹੋ ਜਾਣੀ ਹੈ, ਇੱਕ ਪੰਜਾਬ ਸਰਕਾਰ ਦੀ ਕਾਰਵਾਈ ਤਾਂ ਜ਼ਰੂਰ ਹੋ ਜਾਣੀ ਹੈ। ਜਿਹੜੇ ਕਾਂਗਰਸ ਗਵਰਨਮੈਂਟ ਹੈ, ਉਹਨੇ ਪੋਲੀਟੀਕਲੀ ਇਹਨੂੰ ਕੈਸ਼ ਕਰਨਾ ਹੈ ਕਿ ਅਸੀਂ ਕਿਸਾਨਾਂ ਵਾਸਤੇ ਦੇਖੋ ਰੱਦ ਕਰਤੇ ਕਾਨੂੰਨ, ਪਰ ਇਹਦੇ ਚੋਂ ਅਸਲੀਅਤ ਦੇ ਵਿੱਚ ਕੁਝ ਨਹੀਂ ਨਿਕਲਣਾ। ਇੱਕ ਤਾਂ ਜੇ ਆਪਾਂ ਐਗਰੀਕਲਚਰਲ ਲਾਜ਼ ਦੀ ਗੱਲ ਕਰੀਏ ਜੀ, ਮੈਨੂੰ ਲੱਗਦਾ ਥੋੜਾ ਜਿਹਾ ਆਪਾਂ ਨੂੰ ਲੀਗਲ ਪੱਖੋਂ ਵੀ ਦੇਖ ਲੈਣਾ ਚਾਹੀਦਾ। ਓਕੇ, ਲੀਗਲ ਪੱਖੋਂ ਮੈਂ ਤਾਂ ਕਹਿ ਰਿਹਾ ਹਾਂ ਕਿ ਜਨਵਰੀ 2021 ਦੇ ਵਿੱਚ ਸੁਪਰੀਮ ਕੋਰਟ ਨੇ ਐਗਰੀਕਲਚਰਲ ਲਾਜ਼ ਨੂੰ ਸਟੇ ਕਰਤਾ ਜੀ। ਕੀ ਜਿਹੜਾ ਮੁੱਦਾ ਸੁਪਰੀਮ ਕੋਰਟ ਆਫ ਇੰਡੀਆ ਦੇ ਵਿਚਾਰ ਅਧੀਨ ਹੈ, ਉਹਨੂੰ ਸਟੇ ਕੀਤਾ ਹੋਇਆ ਹੈ, ਕੀ ਉਹਨੂੰ ਅਸੈਂਬਲੀ ਟੇਕਅਪ ਕਰ ਸਕਦੀ ਹੈ ਲੀਗਲੀ? ਇਹ ਵੀ ਵੱਡਾ ਮਸਲਾ। ਔਰ ਜੇ ਕਰਕੇ ਰੱਦ ਵੀ ਕਰ ਦਿੰਦੇ ਹੈਗੇ, ਤਾਂ ਰੱਦ ਕਰਨ ਤੋਂ ਬਾਅਦ ਵੀ ਇੱਕ ਜਿਹੜਾ ਪੂਰਾ ਪ੍ਰੋਸੈਸ ਹੈ, ਉਹਦੇ ਵਿੱਚੋਂ ਇਸ ਰੈਜ਼ੋਲੂਸ਼ਨ ਨੇ ਨਿਕਲਣਾ। ਕੋਈ ਵੀ ਅਸੈਂਬਲੀ ਦੁਆਰਾ ਪਾਸ ਕੀਤਾ ਹੋਇਆ ਜਿਹੜਾ ਬਿੱਲ ਹੈ, ਉਹ ਜਦ ਤੱਕ ਕਾਨੂੰਨ ਨਹੀਂ ਬਣੇਗਾ, ਜਦ ਤੱਕ ਉਹਨੂੰ ਜਿਹੜਾ ਗਵਰਨਰ ਹੈ ਜਾਂ ਰਾਜਪਾਲ ਹੈ ਸਾਡਾ, ਉਹ ਪ੍ਰਵਾਨਗੀ ਨਹੀਂ ਦੇਂਦਾ। ਹੁਣ ਰਾਜਪਾਲ ਦਾ ਉਹਦਾ ਕੀ ਹੈ, ਸਾਨੂੰ ਪਤਾ ਉਹਦੀ ਡਿਊਅਲ ਰਿਸਪੌਂਸਿਬਿਲਿਟੀ ਹੈ, ਇੱਕ ਕਨਸਟੀਟਿਊਸ਼ਨਲ ਹੈਡ ਆਫ ਦੀ ਸਟੇਟ ਤੇ ਇੱਕ ਐਜ਼ ਐਨ ਏਜੰਟ ਆਫ ਦੀ ਸੈਂਟਰ। ਜੇ ਤਾਂ ਉਹ ਸਿਰਫ ਕਨਸਟੀਟਿਊਸ਼ਨਲ ਹੈਡ ਦੇ ਤੌਰ ਤੇ ਐਕਟ ਕਰੇ, ਤਾਂ ਗਵਰਨਰ ਕੋਲੇ ਸਟੇਟ ਅਸੈਂਬਲੀ ਦੇ ਕਾਨੂੰਨ ਨੂੰ ਪਾਸ ਕੀਤੇ ਹੋਏ ਨੂੰ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ਬਿਲਕੁਲ, ਇੱਕ ਨਾਮਤਰ ਮੁਖੀਏ ਦੇ ਤੌਰ ਤੇ ਜਾਂ ਕਨਸਟੀਟਿਊਸ਼ਨਲ ਹੈਡ ਦੇ ਤੌਰ ਤੇ। ਮਤਲਬ ਜੇ ਉਹ ਕਾਨੂੰਨ ਕਿ ਸਟੇਟ ਦੇ ਦਾਇਰੇ ਚ ਆਉਂਦਾ ਹੋਵੇ, ਜੇਕਰ ਉਹ ਸਟੇਟ ਸਬਜੈਕਟ ਤੇ ਹੋਵੇ, ਜੇ ਸਟੇਟ ਸਬਜੈਕਟ ਤੇ ਹੋਵੇ ਜੀ, ਹਾਂ, ਜਿੱਥੇ ਸੈਂਟਰ ਗਵਰਨਮੈਂਟ ਦੀ ਇਨਵੋਲਵਮੈਂਟ ਨਾ ਹੋਵੇ। ਹੁਣ ਸੈਂਟਰ ਨੇ ਆਲਰੇਡੀ ਬਿੱਲ ਪਾਸ ਕੀਤੇ ਹੋਏ ਨੇ, ਗਵਰਨਰ ਜਿਹੜਾ ਹੈ ਉਹ ਸੈਂਟਰ ਗਵਰਨਮੈਂਟ ਦਾ ਨੋਮੀਨੀ ਹੈ, ਸੇਮ ਪੋਲੀਟੀਕਲ ਪਾਰਟੀ ਦਾ ਅਪਾਇੰਟੀ ਹੈ। ਜੇ ਇਹ ਬਿੱਲ ਪਾਸ ਵੀ ਹੋ ਜਾਂਦਾ ਹੈ, ਚਾਹੇ ਬਿਲਕੁਲ ਯੂਨੈਨਿਮਸਲੀ ਸਰਬਸੰਮਤੀ ਨਾਲ ਪਾਸ ਹੋ ਜਾਵੇ, ਉਸ ਤੋਂ ਬਾਅਦ ਗਵਰਨਰ ਕੋਲੇ ਜਾਏਗਾ। ਗਵਰਨਰ ਕੋਲੇ ਤਿੰਨ ਆਪਸ਼ਨਸ ਹੈਗੀਆਂ, ਜਾਂ ਤਾਂ ਉਹ ਪ੍ਰਵਾਨਗੀ ਦੇ ਦੇਵੇ, ਜਾਂ ਉਹਨੂੰ ਆਪਣੇ ਕੋਲੇ ਰੱਖ ਲਵੇ, ਉਹਦੇ ਤੇ ਕੋਈ ਕਾਰਵਾਈ ਨਾ ਕਰੇ। ਉਹਨੂੰ ਇੱਕ ਪੋਲੀਟੀਕਲ ਸਾਇੰਸ ਦੇ ਵਿੱਚ ਟਰਮ ਹੈ ਵੀਟੋ ਪਾਵਰ, ਪਾਕਟ ਵੀਟੋ, ਕਿ ਆਪਣੀ ਜੇਬ ਚ ਪਾ ਕੇ ਬੈਠ ਜਾਵੇ, ਉਹਦੇ ਤੇ ਕੋਈ ਕਾਰਵਾਈ ਨਾ ਕਰੇ। ਜਾਂ ਉਹਦੇ ਕੋਲੇ ਤੀਸਰੀ ਜਿਹੜੀ ਆਪਸ਼ਨ ਇਹ ਹੈ ਕਿ ਉਹ ਰੈਫਰ ਕਰ ਸਕਦਾ ਹੈ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਕਿ ਇਹਦੇ ਚ ਕਈ ਸਟੇਟਾਂ ਇਨਵੋਲਵ ਹੈਗੀਆਂ, ਸੈਂਟਰ ਦੇ ਲਾਜ਼ ਇਨਵੋਲਵਡ ਹੈਗੇ, ਇਸ ਕਰਕੇ ਰਾਸ਼ਟਰਪਤੀ ਦੀ ਪ੍ਰਵਾਨਗੀ ਵਾਸਤੇ ਜਿਹੜਾ ਗਵਰਨਰ ਹੈ, ਉਹ ਕਨਸਟੀਟਿਊਸ਼ਨ ਦੇ ਵਿੱਚ ਹੀ ਪ੍ਰੋਵੀਜ਼ਨ ਹੈ। ਸਾਡੇ ਆਰਟੀਕਲ 102 ਦੇ ਵਿੱਚ ਪ੍ਰੋਵੀਜ਼ਨ ਹੈ ਕਿ ਕੋਈ ਵੀ ਅਜਿਹਾ ਬਿੱਲ ਜਿਹਦੇ ਤੇ ਕੇਂਦਰ ਅਤੇ ਰਾਜ ਦੋਨਾਂ ਦੇ ਇੰਟਰਸਟ ਜਿਹੜੇ ਅਲੱਗ-ਅਲੱਗ ਹੈਗੇ, ਉਹ ਪ੍ਰਵਾਨਗੀ ਦੀ ਬਜਾਏ ਜਿਹੜਾ ਰਾਜਪਾਲ ਹੈ ਉਹ ਰਾਸ਼ਟਰਪਤੀ ਦੇ ਪ੍ਰਵਾਨਗੀ ਵਾਸਤੇ ਭੇਜ ਸਕਦਾ ਹੈ। ਇਹ ਸਾਰੇ ਕੇਸਾਂ ਦੇ ਵਿੱਚ ਹੀ ਚਾਹੇ ਗਵਰਨਰ ਵੀਟੋ ਪਾਕਟ ਵੀਟੋ ਕਰ ਦੇਵੇ, ਮਤਲਬ ਕੋਈ ਕਾਰਵਾਈ ਨਾ ਕਰੇ, ਚਾਹੇ ਰਾਸ਼ਟਰਪਤੀ ਕੋਲ ਭੇਜ ਦੇਵੇ, ਇਹਦੇ ਚ ਵਿੱਚ ਕੁਝ ਨਹੀਂ ਨਿਕਲਣ ਵਾਲਾ। ਤੇ ਜੇ ਲੀਗਲੀ ਗੱਲ ਆਏਗੀ, ਸੁਪਰੀਮ ਕੋਰਟ ਨੇ ਪਹਿਲਾਂ ਹੀ ਇਹਨਾਂ ਨੂੰ ਸਟੇ ਕੀਤਾ ਹੋਇਆ ਜਨਵਰੀ 21 ਦੇ ਵਿੱਚ, ਇਸ ਕਰਕੇ ਇਹ ਸਾਰੇ ਮਸਲੇ ਆਣਗੇ। ਲੇਕਿਨ ਇਹ ਇੱਕ ਪੋਲੀਟੀਕਲ ਐਡਵਾਂਟੇਜ ਲੈਣ ਵਾਸਤੇ ਜਿਹੜਾ ਗਵਰਨਮੈਂਟ ਹੈ ਉਹ ਇਸ ਤਰ੍ਹਾਂ ਦੇ ਕਰ ਰਹੀ ਹੈ। BSF ਦਾ ਇਸ਼ੂ ਅਲੱਗ ਹੈ, ਕਿਉਂਕਿ BSF ਦਾ ਇਸ਼ੂ ਪਹਿਲਾਂ ਵੀ ਬਹੁਤ ਵਾਰੀ ਆਉਂਦਾ ਰਿਹਾ ਹੈ, ਡਿਪਲੋਇਮੈਂਟ ਆਫ ਸੈਂਟਰਲ ਫੋਰਸਿਸ ਦਾ। ਹੁਣ ਤਾਂ ਜੁਰਿਸਡਿਕਸ਼ਨ ਹੀ ਐਕਸਟੈਂਡ ਕਰਤਾ,
ਤੇ ਜੂਰਿਸਡਿਕਸ਼ਨ ਐਕਸਟੈਂਡ ਕਰਨ ਵਾਲੇ ਤੇ ਇਹ ਵੀ ਆਪਣਾ ਪ੍ਰੈਸ਼ਰ ਬਣਾ ਸਕਦੇ ਨੇ, ਲੇਕਿਨ ਸੈਂਟਰ ਨੂੰ ਕਾਨੂੰਨ ਬਣਾ ਕੇ ਕੋਈ ਫੋਰਸ ਨਹੀਂ ਕੀਤਾ ਜਾ ਸਕਦਾ। ਨਹੀਂ, ਇਹ ਠੀਕ ਹੈ। ਇਸ ਤਰ੍ਹਾਂ ਦੀ ਸਥਿਤੀ ਇਹ ਬਣਦੀ ਜਾ ਰਹੀ ਹੈ। ਪ੍ਰੋਫੈਸਰ ਸਾਹਿਬ, ਇਹਦੇ ਚ ਵੀ ਦੋ ਗੱਲਾਂ। ਇੱਕ ਤਾਂ ਇਹ ਹੈ ਕਿ ਤੁਸੀਂ ਕੋਈ ਐਕਟ ਬਣਾ ਦਿੰਦੇ ਹੋ, ਤੁਸੀਂ ਬਿੱਲ ਲਿਆਉਂਦੇ ਹੋ, ਕਾਨੂੰਨ ਬਣਾ ਲੈਂਦੇ ਹੋ। ਕਾਨੂੰਨ ਬਣਾਉਣ ਲਈ ਜਾਂ ਉਹ ਰਾਜਪਾਲ ਦੇ ਸਿਗਨੇਚਰ, ਉਹ ਤਾਂ ਵੱਖਰੀ ਗੱਲ ਆ, ਲੇਕਿਨ ਜਿਹੜੀ ਵਿਧਾਨ ਪਾਲਿਕਾ ਹੈ ਉਹ ਆਪਣੀ ਕਾਰਵਾਈ ਪੂਰੀ ਕਰਕੇ ਅੱਗੇ ਤੋਰ ਸਕਦੀ ਹੈ। ਦੂਜਾ ਹੁੰਦਾ ਹੈ ਕਿ ਜਿਹੜਾ ਰਾਜਪਾਲ ਹੈ ਉਹ ਮਾਫੀ ਚਾਹੁੰਦਾ, ਜਿਹੜਾ ਸਪੀਕਰ ਹੁੰਦਾ ਪੰਜਾਬ ਵਿਧਾਨ ਸਭਾ ਜਾਂ ਕਿਸੇ ਵੀ ਸਟੇਟ ਦੀ ਵਿਧਾਨ ਸਭਾ ਦਾ, ਉਹ ਮਤੇ ਦੇ ਰੂਪ ਦੇ ਵਿੱਚ ਕੇਂਦਰ ਨੂੰ ਜਾਂ ਅੱਗੇ ਭੇਜ ਦਿੰਦਾ ਹੈ ਕਿ ਆਹ ਸਾਡਾ ਜਿਹੜਾ ਸਾਰੇ MLAs ਨੇ, ਸਾਡੀ ਅਸੈਂਬਲੀ ਨੇ ਮਤਾ ਪਾਸ ਕੀਤਾ, ਤੇ ਉਹ ਇੱਕ ਸੁਝਾਅ ਮਾਤਰ ਹੁੰਦਾ, ਉਹ ਵੀ ਉਹਦੇ ਤੇ ਕੋਈ ਕਾਰਵਾਈ ਹੁੰਦੀ ਕਿ ਨਹੀਂ। ਲੇਕਿਨ ਇਹ ਵੱਡੀ ਗੱਲ ਆ ਕਿ ਜਿਹੜੀ ਸਿਕਿਉਰਿਟੀ ਵਾਲਾ ਮਾਮਲਾ ਹੈ, ਜਿੱਥੇ ਨੈਸ਼ਨਲ ਸਿਕਿਉਰਿਟੀ ਦੀ ਗੱਲ ਕੇਂਦਰ ਕਰਦਾ ਹੈ, ਉਹਦੇ ਵਿੱਚ ਉਹ ਇਹਨਾਂ ਦੇ ਕਿਸੇ ਮਤੇ ਨੂੰ ਮੰਨਣਗੇ ਜਾਂ ਨਹੀਂ ਮੰਨਣਗੇ। ਦੂਜੇ ਬੰਨੇ ਕਿ ਕੀ ਕਾਨੂੰਨ ਵਰਗੀ ਕੋਈ ਚੀਜ਼ ਬਣਾ ਵੀ ਸਕਦਾ ਸਟੇਟ ਕਿ ਨਹੀਂ, ਇਹ ਇੱਕ ਪਹਿਲੂ ਆ। ਲੇਕਿਨ ਜਿੱਥੋਂ ਤੱਕ ਖੇਤੀ ਮਾਮਲਿਆਂ ਦਾ ਸਵਾਲ ਹੈ, ਖੇਤੀ ਮਾਮਲਿਆਂ 'ਚ ਅਜੇ ਤੱਕ ਜਦੋਂ ਤੱਕ ਏਜੰਡੇ ਦੀ ਗੱਲ ਆ, ਏਜੰਡੇ ਦੇ ਵਿੱਚ ਕੁਝ ਨਹੀਂ ਦੱਸਿਆ ਗਿਆ। ਮੈਂ ਕਾਫੀ ਸਾਰੇ MLAs ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤਾ ਵੀ ਹੈ ਕਿ ਕੀ ਤੁਹਾਡੇ ਕੋਲ ਕੋਈ 8 ਤਰੀਕ ਵਾਲਾ ਕੋਈ ਏਜੰਡਾ ਆਇਆ ਅਸੈਂਬਲੀ ਦੇ ਵਿੱਚ। ਅਜੇ ਤੱਕ ਕਿਸੇ ਤਰ੍ਹਾਂ ਦੇ ਕਿਸੇ ਏਜੰਡੇ ਦੀ ਗੱਲ ਨਹੀਂ ਹੋਈ ਕਿ ਉੱਥੇ ਕੀ ਹੋਣਾ ਹੈ, ਕਾਰਵਾਈ ਕੀ ਹੋਣੀ ਹੈ। ਲੇਕਿਨ ਕੀ ਜਿਹੜਾ ਕੇਂਦਰ ਵਾਲਾ ਬਿੱਲ ਆ, ਉਸ ਬਿੱਲ ਨੂੰ ਰੱਦ ਕਰਨ ਲਈ ਤੁਸੀਂ ਨਿਯਮਾਂ ਤੋਂ ਪਾਸੇ ਜਾ ਸਕਦੇ ਹੋ ਜਾਂ ਨਿਯਮਾਂ ਦੇ ਵਿੱਚ ਰਹਿ ਕੇ ਕਰ ਸਕਦੇ ਹੋ? ਇਹ ਬੜਾ ਔਖਾ ਸਵਾਲ ਆ। ਟ੍ਰੇਡ ਐਂਡ ਕਮਰਸ ਹੁਣ ਕਨਕਰੈਂਟ ਲਿਸਟ ਵਿੱਚ ਹੈ ਜਾਂ ਉਹ ਕੇਂਦਰ ਵਾਲੀ ਲਿਸਟ ਵਿੱਚ ਹੈ ਜਾਂ ਸੂਬਿਆਂ ਦੀ ਲਿਸਟ ਵਿੱਚ ਹੈ, ਸਟੇਟ ਸਬਜੈਕਟ ਹੈ ਜਾਂ ਸੈਂਟਰ ਸਬਜੈਕਟ ਆ। ਇਹ ਬੜਾ ਵੱਡਾ ਨੁਕਤਾ ਹੈ। ਔਰ ਇਸ ਵੇਲੇ ਸਾਰੀਆਂ ਜੰਨੀਆਂ ਪਾਰਟੀਆਂ ਨੇ ਉਹ ਕਿਸਾਨਾਂ ਦੀਆਂ ਹਤੈਸ਼ੀ, ਉਹਨਾਂ ਦੀਆਂ ਮਦਾਹ ਹੋਣ ਦਾ ਦਮ ਭਰ ਰਹੀਆਂ ਕਿ ਅਸੀਂ ਇਹਨਾਂ ਦੇ ਸਿਰ ਤੇ ਹੀ ਅੱਗੇ ਵੱਧ ਸਕਣਾ ਅਸੈਂਬਲੀ 'ਚ, ਸਾਰਿਆਂ ਨੂੰ ਪਤਾ ਹੈ। ਔਰ ਕਾਂਗਰਸ ਜਿਨ੍ਹਾਂ ਹਾਲਾਤਾਂ 'ਚੋਂ ਅਮਰਿੰਦਰ ਸਿੰਘ ਦੇ ਜਾਣ ਬਾਅਦ ਉੱਭਰ ਰਹੀ ਆ, ਉਹਦੇ ਲਈ ਇਹ ਅਨਸਰ ਦੀ ਲੋੜ ਆ ਕਿ ਉਹ ਇਹਨਾਂ ਮਾਮਲਿਆਂ ਦੇ ਉੱਤੇ ਗੱਲ ਕਰਨ। ਮੈਂ ਫਿਰ ਇੱਕ ਵਾਰੀ ਤੁਹਾਨੂੰ ਪੁੱਛਦਾ ਹਾਂ ਕਿ ਕੀ ਦੇਖੋ, ਸਟੇਟ ਦਾ ਆਪਣਾ ਆਲਰੇਡੀ ਐਕਟ ਹੈਗਾ ਮੰਡੀਕਰਨ ਬੋਰਡ ਦਾ, ਸਟੇਟ ਦਾ ਆਪਣਾ ਖੇਤੀਬਾੜੀ ਦੇ ਉੱਤੇ ਬਿੱਲ ਐਕਟ ਹੈਗਾ, ਕਾਨੂੰਨ ਹੈਗਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਔਰ ਮੰਡੀਆਂ ਤੋਂ ਲੈ ਕੇ ਹਰ ਚੀਜ਼ ਲਈ ਹੈਗਾ। ਹੁਣ ਜੇ ਸਟੇਟ ਇਹਦੇ ਉੱਤੇ ਕੋਈ ਨਵਾਂ ਬਿੱਲ ਲਿਆਉਂਦੀ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਲ ਪਹਿਲਾਂ ਲਿਆਂਦਾ ਸੀ ਲਗਭਗ, ਜਿਹੜਾ ਅਜੇ ਵੀ ਪੈਂਡਿੰਗ ਪਿਆ, ਪਤਾ ਨਹੀਂ ਕਿੱਥੇ ਪਿਆ, ਜੇ ਇਦਾਂ ਦਾ ਲੈ ਆਉਂਦੀ ਹੈ ਤਾਂ ਕੇਂਦਰ ਨੂੰ ਕੋਈ ਫਰਕ ਪੈਂਦਾ ਨਹੀਂ। ਲੇਕਿਨ ਜੇ ਕੇਂਦਰ ਦੇ ਬਿੱਲ ਨੂੰ ਰੱਦ ਕਰਤਾ ਜਾਂਦਾ, ਜਿਹੜੇ ਕਿ ਅਜੇ ਤੱਕ ਮੇਰੇ ਸੂਤਰੇ ਦੱਸਦੇ ਆ ਕਿ ਬਹੁਤੀ ਅਫਸਰਸ਼ਾਹੀ ਔਰ ਲੀਗਲ ਪਹਿਲੂ ਜਿਹੜੇ ਆ, ਉਹ ਕਹਿ ਰਹੇ ਆ ਕਿ ਨਾ, ਜਿਹੜੇ ਕਾਨੂੰਨੀ ਨੁਕਤਾ ਨਿਗਾਹ ਤੋਂ ਐਡਵੋਕੇਟ ਜਨਰਲ ਜਾਂ ਬਾਕੀ ਉਹ ਬਹੁਤੀ ਹਾਮੀ ਨਹੀਂ ਭਰ ਰਹੇ ਕਿ ਕੋਈ ਇਸ ਤਰ੍ਹਾਂ ਦਾ ਬਿੱਲ ਲਿਆਓ। ਸੋ ਮੈਂ ਇਹ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਸੂਬੇ ਦੀ ਸਰਕਾਰ ਦੀ ਔਰ ਵਿਧਾਨ ਸਭਾ ਦੀ ਸਥਿਤੀ ਇਸ ਵੇਲੇ ਕਿਹੋ ਜਿਹੀ ਆ, ਇਹਦੇ ਵਿੱਚੋਂ ਕੀ ਕਰਨਗੇ, ਜੇ ਰੱਦ ਕਰਨਗੇ ਤੇ ਟਕਰਾਅ ਕਿਵੇਂ ਵਧੂਗਾ। ਇੱਕ ਸਵਾਲ ਇਸ ਤੋਂ ਪਹਿਲਾਂ, ਲੰਬਾ ਹੋ ਗਿਆ, ਮਾਫੀ ਚਾਹੁੰਦਾ, ਕੀ ਕਿਸੇ ਕਾਨੂੰਨ ਨੂੰ ਰੱਦ ਕਰਨ ਤੋਂ ਪਹਿਲਾਂ ਅਸੀਂ ਸਰਵ ਪਾਰਟੀ ਵਫਦ ਪ੍ਰਧਾਨ ਮੰਤਰੀ ਨੂੰ ਜਾ ਕੇ ਮਿਲਣ ਗਏ ਆ? ਜੇ ਉਹ ਨਹੀਂ ਵੀ ਸਮਾਂ ਦਿੰਦੇ, ਉਹਨਾਂ ਦੇ ਦਰਵਾਜ਼ੇ ਅੱਗੇ ਬੈਠੇ ਆ। ਅਸੀਂ ਬਾਕੀ ਸਾਰੇ ਪ੍ਰੈਸ਼ਰ ਕ੍ਰੀਏਟ ਕਰ ਲਏ ਆ, ਉਹ ਨਹੀਂ ਮੰਨੇਗੇ ਤਾਂ ਇੱਥੇ ਆਈਏ। ਇਹਨਾਂ ਦਿਨਾਂ 'ਚ ਜਦੋਂ ਸਰਵ ਪਾਰਟੀ ਮੀਟਿੰਗ ਹੋਈ BSF ਦੇ ਮੁੱਦੇ ਤੇ ਜਾਂ ਉਸ ਤਰ੍ਹਾਂ, ਉਸ ਤੋਂ ਬਾਅਦ ਵੀ ਕੋਈ ਵਫਦ ਮੈਨੂੰ ਜਾਂਦਾ ਦਿਸਿਆ ਨਹੀਂ। ਕੇਂਦਰ ਨਾਲ ਟਕਰਾਅ ਤੋਂ ਪਹਿਲਾਂ ਇੱਕ ਵਾਰੀ ਸਟੇਟ ਦੇ ਸਾਰੇ ਚੁਣੇ ਹੋਏ ਨੁਮਾਇੰਦੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਜਾਂ ਸਰਕਾਰ ਦੇ ਬੂਹੇ ਅੱਗੇ ਬਹਿੰਦੇ। ਇਹ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਮੈਨੂੰ ਲੱਗਦਾ ਜਦੋਂ ਕੋਈ ਰਸਤਾ ਨਾ ਬਚੇ, ਫਿਰ ਰੱਦ ਕਰਨ ਵਾਲੀ ਗੱਲ ਜਿਹੜੀ ਐਵੇਂ ਅੱਖਾਂ ਭੁਝਾਉਣ ਤੱਕ ਸੀਮਤ ਨਾ ਹੋਵੇ ਔਰ ਟਕਰਾਅ ਵੱਖਰੇ ਵੱਧ ਜਾਣ। ਕੀ ਕਹਿੰਦੇ? ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਹੜੇ ਐਗਰੀਕਲਚਰ ਲਾਜ਼ ਸੈਂਟਰ ਗਵਰਨਮੈਂਟ ਨੇ ਪਾਸ ਕੀਤੇ ਹੈਗੇ, ਸੈਂਟਰ ਜਿਹੜੀਆਂ ਸਟੇਟ ਗਵਰਨਮੈਂਟਸ ਹੈਗੀਆਂ, ਇਹਨਾਂ ਨੂੰ ਇਹ ਕਾਨੂੰਨੀ ਤੌਰ ਤੇ ਉਹਨਾਂ ਨੂੰ ਰੱਦ ਨਹੀਂ ਕਰ ਸਕਦੀਆਂ ਜੀ। ਇਹਦਾ ਜਿਹੜਾ ਹੱਲ ਹੈ, ਇਹਨਾਂ ਨੂੰ ਰੱਦ ਕਰਾਉਣ ਜਾਂ ਵਾਪਸ ਕਰਾਉਣ ਦਾ ਤਰੀਕਾ ਹੈ, ਉਹ ਇੱਕ ਪੋਲੀਟੀਕਲ ਹੱਲ ਹੀ ਹੈ। ਪੋਲੀਟੀਕਲ ਹੱਲ ਹੁੰਦਾ ਹੈ ਕਿ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਹੀ ਚੱਲਣਾ। ਅੱਛਾ ਹੁੰਦਾ ਕਿ ਜੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਮਿਲ ਕੇ ਬਾਕੀ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਕੇਂਦਰੀ ਸਰਕਾਰ ਤੇ ਪ੍ਰੈਸ਼ਰ ਪਾਉਂਦੇ ਕਿ ਤੁਸੀਂ ਵਾਪਸ ਲਾਓ ਜੀ। ਇਹ ਜਿਹੜਾ ਕੱਲਾ ਪੰਜਾਬ ਜਾਂ ਕੱਲੀ ਇੱਕ ਸਟੇਟ ਜਾਂ 2-4 ਸਟੇਟਾਂ ਜੇ ਚਾਹਣ ਕਿ ਅਸੀਂ ਕੇਂਦਰ ਦਾ ਕਾਨੂੰਨ ਜਿਹੜਾ ਬਣਾਇਆ ਹੋਇਆ ਹੈ ਉਹ ਰੱਦ ਕਰਦੇ, ਚਾਹੇ ਕੋਈ ਵੀ ਕਾਨੂੰਨ ਹੋਵੇ, ਈਵਨ ਚਾਹੇ ਗਲਤ ਵੀ ਬਣਾਇਆ ਹੈ, ਕੇਂਦਰ ਸਰਕਾਰ ਦਾ ਕਾਨੂੰਨ ਰੱਦ ਕਰਨ ਦਾ ਅਧਿਕਾਰ ਕਿਸੇ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੇ ਕੋਲੇ ਨਹੀਂ ਹੈ। ਇਹਦੇ ਚ ਦੋ ਹੀ ਹੱਲ ਸੀ ਕਿ ਜਾਂ ਤਾਂ ਤੁਸੀਂ ਜਿਹੜਾ ਹੈਗਾ ਉਹ
ਸੁਪਰੀਮ ਕੋਰਟ ਕੋਲੇ ਜਾਓ, ਕੋਰਟ ਦਾ ਰਸਤਾ ਅਖਤਿਆਰ ਕਰੋ, ਉੱਥੋਂ ਰੱਦ ਕਰਵਾਓ, ਜਾਂ ਦੂਸਰਾ ਜਿਹੜਾ ਰਸਤਾ ਹੈ ਉਹ ਹੈ ਪੋਲੀਟੀਕਲ, ਕਿ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਕਿਸਾਨ ਆਲਰੇਡੀ ਲੜ ਰਹੇ ਹੈਗੇ, ਕਿਸਾਨਾਂ ਦੀਆਂ ਜਥੇਬੰਦੀਆਂ ਲੜ ਰਹੀਆਂ। ਇਹ ਸਾਰੀਆਂ ਪਾਰਟੀਆਂ ਜੇ ਸਾਰੀਆਂ ਸਟੇਟਾਂ ਨੂੰ ਮੋਬਿਲਾਈਜ਼ ਕਰ ਪਾਉਂਦੇ ਜੀ, ਹੁਣ ਇੱਕ ਦੋ ਸਟੇਟਾਂ ਦੇ ਨਾਲ ਤਾਂ ਕੁਝ ਨਹੀਂ ਬਣਨਾ। ਮੈਨੂੰ ਲੱਗਦਾ ਇਕੱਲੀ ਪੰਜਾਬ ਸਰਕਾਰ ਹੀ ਕਰ ਰਹੀ ਹੈ ਰੱਦ, ਹੋਰ ਤਾਂ ਕੋਈ ਕਾਂਗਰਸ ਦੀਆਂ ਸਰਕਾਰਾਂ ਵੀ ਨਹੀਂ ਕਰ ਰਹੀਆਂ ਹਜੇ ਤੱਕ, ਤਾਂ ਉਹਨਾਂ ਨੇ ਕੋਈ ਐਸਾ ਇਨੀਸ਼ੀਏਟਿਵ ਨਹੀਂ ਲਿੱਤਾ। ਵੈਸੇ ਵੀ ਕਿਸੇ ਵੀ ਸਟੇਟ ਗਵਰਨਮੈਂਟ ਦੇ ਕੋਲ ਇਹ ਕਾਨੂੰਨੀ ਤੌਰ ਤੇ ਅਖਤਿਆਰ ਨਹੀਂ ਹੈ ਕਿ ਉਹ ਕੇਂਦਰ ਦੇ ਬਣਾਏ ਹੋਏ ਕਾਨੂੰਨਾਂ ਨੂੰ ਰੱਦ ਕਰ ਸਕੇ। ਇਹ ਇੱਕ ਪੋਲੀਟੀਕਲ ਮੁੱਦਾ ਬਣ ਰਿਹਾ ਹੈ, ਕਿਉਂਕਿ ਸਾਨੂੰ ਪਤਾ ਹੈ ਇਲੈਕਸ਼ਨਸ ਨੇੜੇ ਆ ਰਹੀਆਂ, ਸਿਰਫ ਆਪਣਾ ਜਿਹੜਾ ਹੈਗਾ ਪੋਲੀਟੀਕਲ ਸਕੋਰ ਹਾਸਲ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਜੇ ਅਸਲੀ ਦਰਅਸਲ ਸੱਚਮੁੱਚ ਹਿਤੈਸ਼ੀ ਹੈਗੇ ਤਾਂ ਤੁਹਾਡੀ ਗੱਲ ਠੀਕ ਹੈ ਕਿ ਇਹਨਾਂ ਨੂੰ ਸੈਂਟਰਲ ਗਵਰਨਮੈਂਟ ਨਾਲ ਪਹਿਲਾਂ ਟੇਕ ਅਪ ਕਰਨਾ ਚਾਹੀਦਾ ਸੀ, ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਨਾ ਚਾਹੀਦਾ ਸੀ। ਚਲੋ ਜੇ ਰੂਲਿੰਗ ਪਾਰਟੀ ਵੀ ਨਹੀਂ ਨਾਲ ਲੱਗਦੀ ਤਾਂ ਜਿਹੜੀਆਂ ਬਾਕੀ ਰੀਜਨਲ ਪਾਰਟੀਆਂ ਹੈਗੀਆਂ ਉਹਨਾਂ ਨਾਲ ਮਿਲ ਕੇ ਇੱਕ ਪ੍ਰੈਸ਼ਰ ਕ੍ਰੀਏਟ ਕਰਨਾ ਚਾਹੀਦਾ ਹੈ। ਇਹ ਜਿਹੜਾ ਹੈਗਾ ਇਹ ਕੋਈ ਹੱਲ ਨਹੀਂ ਹੈ, ਇਹਦੇ ਚੋਂ ਕੁਝ ਨਹੀਂ ਨਿਕਲ ਲੱਗਿਆ। ਔਰ ਜਿੱਥੇ BSF ਦਾ ਮੁੱਦਾ ਹੈ, BSF ਦੇ ਮੁੱਦੇ ਤੇ ਤਾਂ ਕੋਈ ਕਾਨੂੰਨ ਵਾਲੀ ਤਾਂ ਗੱਲ ਹੀ ਨਹੀਂ ਜੀ। ਉਹ ਤਾਂ ਸਟੇਟ ਗਵਰਨਮੈਂਟ ਇੱਕ ਰੈਜ਼ੋਲੂਸ਼ਨ ਪਾਸ ਕਰੇਗੀ ਔਰ ਕਹੇਗੀ ਕਿ ਤੁਸੀਂ ਇਹ ਜੁਰਿਸਡਿਕਸ਼ਨ ਜਿਹੜਾ ਐਕਸਟੈਂਡ ਕੀਤਾ ਹੈ ਇਹ ਗਲਤ ਕੀਤਾ ਹੈ, ਇਸ ਨੋਟੀਫਿਕੇਸ਼ਨ ਨੂੰ ਵਾਪਸ ਲਓ। ਕਿਉਂਕਿ BSF ਦੇ ਮਾਮਲੇ 'ਚ ਤਾਂ ਸੈਂਟਰਲ ਗਵਰਨਮੈਂਟ ਦੀ ਇੱਕ ਨੋਟੀਫਿਕੇਸ਼ਨ ਹੈ, ਕੋਈ ਕਾਨੂੰਨ ਨਹੀਂ ਹੈ। ਨੋਟੀਫਿਕੇਸ਼ਨ ਜੇ ਸਟੇਟ ਗਵਰਨਮੈਂਟ ਪਰਸੂ ਕਰਦੀ ਅੱਛੀ ਤਰ੍ਹਾਂ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ, ਉਹ ਨੋਟੀਫਿਕੇਸ਼ਨ ਤਾਂ ਆਰਾਮ ਨਾਲ ਜਿਹੜੀ ਹੈ ਵਿਡਰਾ ਹੋ ਸਕਦੀ ਹੈ। ਲੇਕਿਨ ਜਿੱਥੇ ਕਾਨੂੰਨਾਂ ਦਾ ਮਸਲਾ ਹੈ, ਉਹ ਕਾਨੂੰਨ ਇਕੱਲੇ ਪੰਜਾਬ ਵਾਸਤੇ ਨਹੀਂ ਬਣੇ ਹੋਏ, ਉਹ ਸਾਰੇ ਮੁਲਕ ਵਾਸਤੇ ਬਣੇ ਹੋਏ ਨੇ, ਸਾਰੀਆਂ ਇੰਡੀਆ ਦੀਆਂ ਸਟੇਟਾਂ ਵਾਸਤੇ ਬਣੇ ਹੋਏ ਨੇ। ਉਹ ਤਾਂ ਪੋਲੀਟੀਕਲ ਪ੍ਰੈਸ਼ਰ ਨਾਲ ਹੀ ਜਿਹੜੇ ਰਿਵਰਸ ਹੋਣੇ ਹੈਗੇ। ਕੋਈ ਇਸ ਤਰ੍ਹਾਂ ਸਟੇਟ ਗਵਰਨਮੈਂਟ ਉਹਨੂੰ ਰਿਵਰਸ ਚਾਹੇ ਪਾਸ ਵੀ ਕਰ ਦੇਣ, ਇਹ ਜਿਹੜਾ ਪਾਸ ਕਰਨਾ ਜਾਂ ਰੈਜ਼ੋਲੂਸ਼ਨ ਪਾਸ ਕਰਨਾ ਉੱਥੇ, ਇਹ ਤਾਂ ਇੱਕ ਪੋਲੀਟੀਕਲ ਐਡਵਾਂਟੇਜ ਲੈਣ ਵਾਸਤੇ ਜਾਂ ਕਿਸਾਨਾਂ ਦੇ ਹਿਤੈਸ਼ੀ ਆਪਣੇ ਆਪ ਨੂੰ ਸ਼ੋਅ ਕਰਨ ਵਾਸਤੇ ਇਹ ਇਸ ਤਰ੍ਹਾਂ ਦੀ ਇੱਕ ਕਵਾਇਤ ਚੱਲ ਰਹੀ ਹੈ। ਬਿਲਕੁਲ। ਔਰ ਮੈਂ ਇੱਕ ਵਾਰੀ ਫਿਰ ਰਿਪੀਟ ਕਰਾਂ ਪ੍ਰੋਫੈਸਰ ਸਾਹਿਬ, ਤੁਹਾਡੇ 2-3 ਮਿੰਟ ਲੈਣੇ, ਮੈਨੂੰ ਪਤਾ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਜਾਣਾ ਹੈ। ਦੋਸਤੋ, ਜਦੋਂ ਸਭ ਤੋਂ ਜ਼ਿਆਦਾ ਹੁਣ ਤੱਕ ਦਾ ਚਰਚਿਤ ਬਿੱਲ ਔਰ ਐਕਟ ਜਿਹੜਾ ਪਾਣੀਆਂ ਦੀ ਟਰਮੀਨੇਸ਼ਨ ਵਾਲਾ ਕੈਪਟਨ ਅਮਰਿੰਦਰ ਸਿੰਘ ਨੇ ਲਿਆਂਦਾ ਸੀ, ਉਹ ਸਭ ਤੋਂ ਜ਼ਿਆਦਾ ਹੁਣ ਤੱਕ ਉਹਨੇ ਮਾਈਲੇਜ ਲਈ ਹੈ ਔਰ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕੱਦ ਨੂੰ ਉਹਦੇ ਨਾਲ ਹੀ ਅੰਕਿਆ ਜਾਂਦਾ ਹੈ। ਉਹ ਵੀ ਅਜੇ ਤੱਕ ਵੱਟੇ ਖਾਤੇ 'ਚ ਹੈ, ਭਾਵੇਂ ਉਹ ਐਗਜ਼ਿਸਟ ਕਰਦਾ ਹੈ, ਉਹ ਅਜੇ ਵੀ ਹੈਗਾ ਹੈ ਬਿੱਲ, ਲੇਕਿਨ ਉਹਦੇ ਉੱਤੇ ਸੁਪਰੀਮ ਕੋਰਟ ਦੀ ਟਿੱਪਣੀ ਬਹੁਤ ਅਹਿਮ ਆ ਕਿ ਇਹ ਗਲਤ ਬਣਿਆ। ਔਰ ਜੇਕਰ ਖੁਦਾ ਨਾ ਖਾਸਤਾ ਸੈਂਟਰ ਜਾਂ ਕੋਈ ਹੋਰ ਉਧਰ ਮੂਵ ਕਰ ਜਾਂਦਾ ਤਾਂ ਕੋਈ ਵੱਡੀ ਗੱਲ ਨਹੀਂ ਸੀ ਕਿ ਉਹਨੂੰ ਮਨਸੂਖ ਕਰਨ ਲਈ ਕਹਿਤਾ ਜਾਂਦਾ। ਸਵਾਲ ਇਹ ਆ ਕਿ ਕਾਹਲੀ ਦੇ ਵਿੱਚ ਕੋਈ ਗਲਤੀਆਂ ਵਾਲੇ ਅਸੀਂ ਬਿੱਲ ਲਿਆਉਣ ਦੀ ਬਜਾਏ ਅਸੀਂ ਸੰਵਿਧਾਨਕ ਮਾਹਿਰਾਂ ਦੀ, ਵਕੀਲਾਂ ਦੀ ਰਾਏ ਲੈ ਕੇ ਜਿਹੜੀਆਂ ਚੀਜ਼ਾਂ ਹੋ ਸਕਦੀਆਂ ਉਹਨਾਂ ਤੇ ਕਰੀਏ, ਜਿਨ੍ਹਾਂ ਦੇ ਕੋਈ ਅਸਰ ਹੋਣ ਜਾਂ ਜਿਹਦੇ ਨਾਲ ਸਰਕਾਰਾਂ ਤੇ ਅਸਰ ਪੈਂਦਾ ਹੋਵੇ। ਵੋਟਾਂ ਦੀ ਖਾਤਰ ਲੋਕਾਂ ਨੂੰ ਬਲਦੀ ਦੇ ਬੁੱਥੇ ਦੇਣ ਵਾਲੀ ਗੱਲ ਆ ਕਿ ਜੇਕਰ ਤੁਸੀਂ ਚਾਹੁੰਦੇ ਹੋ ਸੱਚਮੁੱਚ ਕਿਸੇ ਵੀ ਮੁੱਦੇ ਤੇ ਸਟੇਟ ਦੀ ਲੀਡਰਸ਼ਿਪ ਨੇ, ਉਹ ਭਾਵੇਂ ਅਕਾਲੀਆਂ ਦੀ ਹੋਵੇ, ਕਾਂਗਰਸ ਦੀ ਹੋਵੇ, ਜਾਂ ਫਿਰ ਭਾਵੇਂ ਮੈਂ ਸਭ ਤੋਂ ਆਖਰੀ ਸ਼ਬਦ ਵਰਤਣ ਲੱਗਾ, ਕਮਿਊਨਿਸਟ ਪੰਜਾਬ ਦੀ ਰਾਜਨੀਤੀ 'ਚ ਕਾਫੀ ਪਿੱਛੇ ਚਲੇ ਗਿਆ, ਲੇਕਿਨ ਕਿਸੇ ਵੇਲੇ ਉਹ ਸਟਰਗਲ ਕਰਦੇ ਰਹੇ। ਸਾਰੀ ਉਹਨਾਂ ਨੇ ਵੀ ਅੱਜ ਤੱਕ ਕਿਸੇ ਨੇ ਇਕੱਠੇ ਹੋ ਕੇ ਕੇਂਦਰ ਦੇ ਨਾਲ ਲੜਨ ਦਾ ਫੈਸਲਾ ਨਹੀਂ ਲਿਆ। ਸੰਵਿਧਾਨਕ ਲੋਕਤੰਤਰੀ ਤਰੀਕੇ ਨਾਲ ਅੰਦੋਲਨ ਦੇ ਰੂਪ 'ਚ ਕਿਸਾਨ ਬੈਠੇ ਨੇ, ਸਾਰੇ ਅੱਖਾਂ ਭੁੰਝਾ ਆਉਂਦੇ ਨੇ, ਕੋਈ ਲੜਨ ਲਈ ਤਿਆਰ ਹੈ ਨਹੀਂ। ਇੱਕ ਅੱਧੇ ਦਿਨ ਦੀ ਸੁਰਖੀ ਸਾਰੇ ਬਣਾ ਲੈਂਦੇ। ਸਭ ਤੋਂ ਅਹਿਮ ਮਸਲਾ ਹੈ ਕਿ ਕੀ ਤੁਸੀਂ ਬਾਕੀ ਜਿੰਨੇ ਪੈਮਾਨੇ ਸੀ ਜਾਂ ਬਾਕੀ ਤਰੀਕੇ ਸੀ ਉਹ ਵਰਤ ਲਏ ਨੇ ਕੇਂਦਰ ਨੂੰ ਝੁਕਾਉਣ ਲਈ ਪੋਲੀਟੀਕਲ ਜਮਾਤ ਨੇ, ਜਿਹੜਾ ਹੁਣ ਵਿਧਾਨ ਸਭਾ ਦੇ ਵਿੱਚ ਇੱਕ ਵਾਰੀ ਫਿਰ ਇਹ ਕਵਾਇਦ ਕੀਤੀ ਜਾ ਰਹੀ ਆ, ਜਿਹਦਾ ਕਿੰਨਾ ਕੁ ਅਸਰ ਹੋ ਸਕਦਾ ਇਹ ਸ਼ੱਕ ਦੇ ਦਾਇਰੇ 'ਚ ਆ। ਇਹ ਕੀ ਕੁਝ ਕਰ ਸਕਦੇ ਆ ਸਟੇਟ ਸਬਜੈਕਟ ਦੇ ਰੂਪ 'ਚ, ਉਹ ਵੀ ਸ਼ੱਕ ਦੇ ਦਾਇਰੇ 'ਚ ਆ। ਜੇ ਤੁਸੀਂ ਨਵਾਂ ਖੇਤੀ ਦਾ ਬਿੱਲ ਬਣਾ ਲੈਂਦੇ ਉਹਨਾਂ ਨੂੰ ਫਰਕ ਨਹੀਂ ਪੈਂਦਾ, ਲੇਕਿਨ ਜੇਕਰ ਤੁਸੀਂ ਸਟੇਟ ਸਬਜੈਕਟ ਨਾ ਹੋਣ ਵਾਲੀ ਚੀਜ਼ ਨੂੰ ਰੱਦ ਕਰ ਦਿਓ ਤਾਂ ਤੁਸੀਂ ਵੀ ਪ੍ਰਸ਼ਨਾਂ ਦੇ ਘੇਰੇ 'ਚ ਆਉਂਦੇ ਹੋ। ਤੀਜੀ ਗੱਲ ਕਿ ਕੀ ਇਸ ਲੜਾਈ ਨੂੰ ਪੰਜਾਬ ਦੀ ਪੂਰੀ ਕੈਬਨਿਟ ਜਿਹੜੀ ਕੇਂਦਰ ਦੀ ਕੈਬਨਿਟ ਆ ਉਹਦੇ ਕੋਲ ਲੈ ਕੇ ਗਈ, ਵੱਖ-ਵੱਖ ਮੰਤਰੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ, ਪ੍ਰਧਾਨ ਮੰਤਰੀ ਨੂੰ ਮਿਲਣ ਵਾਲੀ, ਔਰ ਜੇ ਬਹੁਤੀ ਗੱਲ ਹੋਵੇ
ਤਾਂ ਤੁਸੀਂ ਜਾਓ, ਜਾ ਕੇ ਬਾਹਰ ਬਹਿ ਜਾਓ, ਦਫ਼ਤਰ ਦੇ ਬਹਿ ਜਾਓ, ਅੰਦੋਲਨ ਪਤਾ ਤਾਂ ਲੱਗੇ ਨਾ ਕਿ ਕੌਣ ਛੱਡਦਾ ਸੱਤਾ। ਮੈਂ ਆਖਰੀ ਗੱਲ ਇਹ ਤੁਹਾਡੇ ਤੋਂ ਜਾਂਦੇ ਜਾਂਦੇ ਲੈਣਾ ਚਾਹੁੰਦਾ ਹੈ ਕਿ ਇੰਨੀਆਂ ਜਿਹੜੀਆਂ ਇਹ ਪ੍ਰਕਿਰਿਆਵਾਂ ਨੇ, ਇਹ ਜਿਹੜੀਆਂ ਕਵਾਇਦਾਂ ਨੇ, ਇਹਦਾ ਕੋਈ ਸਿਆਸੀ ਲਾਭ ਹੋ ਜੂ? ਲੋਕ ਹੁਣ ਸਮਝਦੇ ਨੇ ਇਹਨਾਂ ਗੱਲਾਂ ਨੂੰ, ਜਾਂ ਤੁਹਾਨੂੰ ਲੱਗਦਾ ਕਿ ਬੱਲੇ ਬੱਲੇ ਹੋ ਜੂ? ਲਓ ਜੀ, ਚੰਨੀ ਸਾਹਿਬ ਦੀ ਸਰਕਾਰ ਨੇ ਰੱਦ ਕਰਤੇ, ਕਾਲੀਏ ਕਹਿਣਗੇ ਅਸੀਂ ਬਿੱਲ ਲਿਆਉਣ ਨੂੰ ਫਿਰਦੇ ਸੀ ਜੀ, ਸਾਡਾ ਤਾਂ ਲਿਆ ਨਹੀਂ, ਅਸੀਂ ਵੀ ਪੂਰੀ ਤਰ੍ਹਾਂ ਨਾਲ ਆ, ਕਿਸਾਨਾਂ ਦੇ ਮਾਮਲੇ 'ਚ ਜਾਨ ਤੱਕ ਦੇ ਦਿਆਂਗੇ, ਕੁਰਬਾਨੀ ਕਰਾਂਗੇ ਹਰ ਕੁਰਬਾਨੀ। ਤੇ ਕੁਰਬਾਨੀ ਕੂਕਦੇ ਕੁਰਸੀ ਵੱਲ ਨੂੰ ਭੱਜੇ ਫਿਰਦੇ। ਕੀ ਕਹਿੰਦੇ? ਦੇਖੋ, ਇਲੈਕਸ਼ਨਾਂ ਪੰਜਾਬ ਦੀਆਂ ਬਹੁਤ ਨੇੜੇ ਹੈਗੀਆਂ, ਸਾਰੇ 3 ਮਹੀਨੇ ਰਹਿ ਗਏ। ਇਹ ਜਿਹੜਾ ਬਿੱਲ ਲਿਆਂਦਾ ਜਾ ਰਿਹਾ ਹੈ, ਇਹ ਪੋਲੀਟੀਕਲ ਐਡਵਾਂਟੇਜ ਲੈਣ ਵਾਸਤੇ ਲਿਆਂਦਾ ਜਾ ਰਿਹਾ ਹੈ, ਕਿਉਂਕਿ ਟਾਈਮ ਥੋੜਾ ਹੈ, ਇਲੈਕਸ਼ਨਾਂ ਸਿਰ ਤੇ ਹੈਗੀਆਂ, ਤੇ ਸਾਰੀਆਂ ਹੀ ਪਾਰਟੀਆਂ ਇਹਨਾਂ ਦਾ ਸਾਥ ਦੇ ਦੇਣਗੀਆਂ, ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਕੋਈ ਵੀ ਆਪਣੇ ਤੇ ਠੱਪਾ ਨਹੀਂ ਲਗਵਾਉਣਾ ਚਾਹੁੰਦਾ ਕਿ ਅਸੀਂ ਕਿਸਾਨਾਂ ਦੇ ਨਾਲ ਨਹੀਂ ਹੈਗੇ। ਸਿਰਫ ਇਹ ਇੱਕ ਹਾਜ਼ਰੀ ਲਗਵਾਉਣ ਵਾਲੀ ਗੱਲ ਹੋਏਗੀ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਹੋਣਾ ਕਿ ਕਿਸਾਨਾਂ ਕੋਲੇ ਅਸੀਂ ਹਾਜ਼ਰੀ ਲਗਵਾ ਲਈਏ ਕਿ ਅਸੀਂ ਦੇਖੋ ਜੀ, ਅਸੀਂ ਤਾਂ ਰੱਦ ਕਰਤੇ, ਮਹਾਰਾਜੇ ਨੇ ਤਾਂ ਅਲੱਗ ਕਾਨੂੰਨ ਬਣਾਏ ਸੀ, ਅਸੀਂ ਉਹ ਤੋਂ ਵੀ ਅੱਗੇ ਨਿਕਲ ਗਏ ਜੀ, ਅਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਜ਼ਿਆਦਾ ਤੁਹਾਡੇ ਹਤਾਇਸ਼ੀਆਂ, ਅਸੀਂ ਤਾਂ ਕਾਨੂੰਨ ਜਿਹੜੇ ਰੱਦ ਕਰਤੇ। ਪਰ ਦਰਅਸਲ ਇਹਦਾ ਕੋਈ ਫਾਇਦਾ ਹੋਣ ਵਾਲਾ ਮੈਨੂੰ ਨਹੀਂ ਲੱਗਦਾ। ਜੇ ਅਸੈਂਬਲੀ ਦੇ ਵਿੱਚ ਪਾਸ ਵੀ ਹੋ ਜਾਂਦੇ ਨੇ ਤਾਂ ਅੱਗੇ ਜਿਹੜਾ ਹੈਗਾ ਇਹਦਾ ਸੈਂਟਰ ਤੇ ਕੋਈ ਪ੍ਰਭਾਵ ਨਹੀਂ ਹੋਣਾ। ਸੈਂਟਰ ਜਿਹੜਾ ਹੈ ਇਹ ਕਾਨੂੰਨ ਜਦ ਤੱਕ ਜਾਂ ਤਾਂ ਜੁਡੀਸ਼ਰੀ ਇਹਨੂੰ ਰਿਵਰਸ ਕਰੇ, ਰੱਦ ਕਰੇ, ਜਾਂ ਜਿਹੜੀ ਸੈਂਟਰਲ ਗਵਰਨਮੈਂਟ ਹੈ ਇਹਨੂੰ ਖੁਦ ਹੀ ਦੋ ਜਿਹੜੇ ਪੱਧਰ ਤੇ ਇਹ ਰੱਦ ਹੋ ਸਕਦੇ ਨੇ, ਜਾਂ ਤਾਂ ਸੈਂਟਰਲ ਗਵਰਨਮੈਂਟ ਇਹਨੂੰ ਖੁਦ ਰੱਦ ਕਰੇ ਜਾਂ ਜੁਡੀਸ਼ਰੀ ਰੱਦ ਕਰੇ। ਸਟੇਟ ਗਵਰਨਮੈਂਟ ਦੇ ਇਹ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਇਹਨਾਂ ਨੂੰ ਰੱਦ ਕਰਨਾ। ਇਹ ਸਿਰਫ ਇੱਕ ਪੋਲੀਟੀਕਲ ਕਾਰਡ ਦੇ ਤੌਰ ਤੇ ਜਿਹੜਾ ਹੈ ਉਹ ਕੀਤਾ ਜਾ ਰਿਹਾ, ਜੋ ਇਹ 8 ਤਰੀਕ ਵਾਲੇ ਸੈਸ਼ਨ ਦੇ ਵਿੱਚ ਲਿਆਂਦਾ ਜਾ ਰਿਹਾ। ਇਹਦਾ ਕੋਈ ਅਸਲ ਫਾਇਦਾ ਨਹੀਂ ਹੋਣਾ ਮੈਨੂੰ ਲੱਗਦਾ। ਪ੍ਰੋਫੈਸਰ ਸਾਹਿਬ ਬਹੁਤ ਮਿਹਰਬਾਨੀ, ਤੁਸੀਂ ਕੁਝ ਕਹਿਣ ਲੱਗੇ ਸੀ? ਹਾਂ, ਬਸ ਇੱਕ ਇਹ ਹੈ ਕਿ ਹਾਜ਼ਰੀ ਲੱਗ ਜਾਣੀ ਹੈ ਉਹਨਾਂ ਦੀ ਕਿ ਅਸੀਂ ਦੇਖੋ ਪਿੱਛੇ ਨਹੀਂ ਹਟੇ, ਅਸੀਂ ਤਾਂ ਰੱਦ ਵੀ ਕਰਤੇ, ਇਸ ਤੋਂ ਜ਼ਿਆਦਾ ਹੋਰ ਅਸੀਂ ਕੀ ਕਰ ਸਕਦੇ ਹਾਂ। ਮਤਲਬ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਬੈਠੇ ਸੀ ਤੇ ਕਰ ਦਿੱਤੀ ਹੈ। ਹੁਣ ਕੇਂਦਰ ਸਾਨੂੰ ਸਾਡੀ ਸਰਕਾਰ ਤੋੜਨਾ ਚਾਹਵੇ ਤੇ ਤੋੜ ਦੇ, ਇਹ ਵੀ ਬਿਆਨ ਆ ਸਕਦੇ ਆ ਵੀ ਅਸੀਂ ਕੇਂਦਰ ਨਾਲ, ਸਾਡੇ ਨਾਲ ਹੁਣ ਨਾਰਾਜ਼ ਹੋ ਜਾਵੇ, ਚਾਹੇ ਸਾਡੀ ਸਰਕਾਰ ਤੋੜ ਦੇਵੇ, ਚਾਹੇ ਸਾਡੀਆਂ ਗ੍ਰਾਂਟਾਂ ਬੰਦ ਕਰ ਦੇਵੇ, ਅਸੀਂ ਸੈਂਟਰ ਨਾਲ ਪੰਗਾ ਤੁਹਾਡੇ ਵਾਸਤੇ ਲਿੱਤਾ। ਜਿਸ ਤਰ੍ਹਾਂ ਵਾਲੇ ਕਹਿੰਦੇ ਸੀ ਨਾ ਕਿ ਤੁਹਾਡੇ ਵਾਸਤੇ ਅਸੀਂ ਵਜ਼ੀਰੀ ਛੱਡੀ ਹੈ, ਇਹ ਕਹਿਣਗੇ ਤੁਹਾਡੇ ਵਾਸਤੇ ਅਸੀਂ ਇੰਨਾ ਰਿਸਕ ਲੈ ਲਿਆ ਕਿ ਹੁਣ ਚਾਹੇ ਤੇ ਪ੍ਰੈਜ਼ੀਡੈਂਟ ਰੂਲ ਲਾ ਦੇਣ, ਚਾਹੇ ਸਾਡੀ ਸਰਕਾਰ ਤੋੜ ਦੇਣ, ਸਾਨੂੰ ਕਿਸਾਨ ਜ਼ਿਆਦਾ ਪਿਆਰੇ ਹੈਗੇ, ਸਾਨੂੰ ਸਰਕਾਰ ਕੋਈ ਪਿਆਰੀ ਨਹੀਂ। ਸਿਰਫ ਇਹ ਸ਼ੋਅ ਕਰਨਾ ਚਾਹੁੰਦਾ। ਬਹੁਤ ਮਿਹਰਬਾਨੀ ਪ੍ਰੋਫੈਸਰ ਸਾਹਿਬ, ਬਹੁਤ ਧੰਨਵਾਦ। ਔਰ ਇਹ ਸਾਡਾ ਆਧਾਰ ਗੱਲਬਾਤ ਦਾ ਇਹ ਸੀਗਾ, ਜਦੋਂ ਸੈਸ਼ਨ ਸੱਦਿਆ ਜਾਂਦਾ ਤੇ ਉਸ ਦਿਨ ਪੰਜਾਬ ਦੇ ਮੁੱਖ ਮੰਤਰੀ ਇਹ ਦਾਅਵਾ ਕਰਕੇ ਗਏ ਸੀਗੇ ਕਿ ਅਸੀਂ ਇਹਨਾਂ ਮਾਮਲਿਆਂ ਤੇ ਸੈਸ਼ਨ ਸੱਦ ਰਹੇ ਹਾਂ। ਅਜੇ ਤੱਕ ਪਰ ਏਜੰਡੇ ਦੇ ਵਿੱਚ ਆਈਟਮਸ ਜਿਹੜੀਆਂ ਸੈਸ਼ਨ ਦੇ ਧਿਆਨ ਗੋਚਰੇ ਆਉਣ ਵਾਲੀਆਂ ਉਹ ਜਨਤਕ ਨਹੀਂ ਹੋਈਆਂ। ਸਾਡਾ ਟੋਟਲ ਆਧਾਰ ਉਹੀ ਅਨਾਉਂਸਮੈਂਟਸ ਨੇ ਜਿਹੜੀਆਂ ਅਨਾਉਂਸਮੈਂਟ ਸੈਸ਼ਨ ਸੱਦਣ ਵੇਲੇ ਕੀਤੀਆਂ ਗਈਆਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ।